ਕਿਸੇ ਵੀ ਸੂਬੇ ਦੀ ਸਰਕਾਰ ਨੂੰ ਚਲਾਉਣ ਦੇ ਵਿੱਚ ਜਿੱਥੇ ਹੀ ਕੈਬਨਿਟ ਦਾ ਵੱਡਾ ਰੋਲ ਹੁੰਦਾ ਉੱਥੇ ਹੀ ਨਾਲ ਆਈਏਐਸ ਤੇ ਆਈਪੀਐਸ ਅਫਸਰਾਂ ਦੀ ਵੀ ਵੱਡੀ ਭੂਮਿਕਾ ਰਹਿੰਦੀ ਹੈ। ਪਰ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਦੇ ਆਈਏਐਸ ਅਫਸਰ ਹੋਣ ਆਈਪੀਐਸ ਅਫਸਰ ਹੋਣ ਜਿਹੜੇ ਕੰਮ ਕਰ ਰਹੇ ਨੇ ਜਾਂ ਇੱਥੋਂ ਡੈਪੂਟੇਸ਼ਨ ਤੇ ਸੈਂਟਰ 'ਚ ਜਾ ਰਹੇ ਨੇ, ਉਹਨਾਂ ਦੋਵਾਂ ਦੇ ਬਾਰੇ ਗੱਲ ਕਰਾਂਗੇ ਇਸ ਖਾਸ ਰਿਪੋਰਟ ਦੇ ਵਿੱਚ। ਤੇ ਹਾਲ ਹੀ ਦੇ ਵਿੱਚ ਇੱਕ ਨੋਟੀਫਿਕੇਸ਼ਨ ਸਭ ਦੇ ਸਾਹਮਣੇ ਪਹੁੰਚ ਗਿਆ ਸੀ ਕਿ ਹਰਪ੍ਰੀਤ ਸਿੰਘ ਸਿੱਧੂ ਜਿਹੜੇ ਕਿ 1992 ਪੰਜਾਬ ਬੈਚ ਦੇ ਅਫਸਰ ਨੇ, ਆਈਪੀਐਸ ਅਫਸਰ, ਉਹਨਾਂ ਨੂੰ ਏਡੀਜੀਪੀ ਤੌਰ ਦੇ ਉੱਤੇ ਆਈਟੀਬੀਪੀ ਦੇ ਵਿੱਚ ਸੈਂਟਰ ਦੇ ਵਿੱਚ ਲਗਾ ਦਿੱਤਾ ਗਿਆ। ਉਹ ਬਾਹਰ ਕਿਉਂ ਗਏ ਨੇ? ਇੱਕ ਇਮਾਨਦਾਰ ਅਫਸਰ ਰਹੇ ਨੇ ਔਰ ਉਹਨਾਂ ਨੂੰ ਇਮਾਨਦਾਰ ਅਫਸਰਾਂ ਦੇ ਵਿੱਚ ਟੌਪ ਤੇ ਮੰਨਿਆ ਜਾਂਦਾ। ਕੋਈ ਵੀ ਹੁਣ ਤੱਕ ਅਜਿਹਾ ਮਸਲਾ ਸਾਹਮਣੇ ਨਹੀਂ ਆਇਆ ਜਿਸ ਦੇ ਵਿੱਚ ਉਹ ਸਵਾਲਾਂ ਦੇ ਘੇਰੇ ਵਿੱਚ ਆਏ ਹੁਣ। ਹਾਲਾਂਕਿ ਜਿਹੜੀ ਇੱਕ ਹਵਾ ਚੱਲੀ ਹੈ ਭ੍ਰਿਸ਼ਟਾਚਾਰ ਦੀ, ਭ੍ਰਿਸ਼ਟ ਤੰਤਰ ਦੀ, ਉਸ ਦੇ ਵਿੱਚ ਕਈ ਵੱਡੇ ਵੱਡੇ ਅਫਸਰ ਭਗਵੰਤ ਮਾਨ ਸਰਕਾਰ ਦੇ ਕਾਬੂ ਆ ਰਹੇ ਨੇ, ਅੜਿੱਕੇ ਚੜ ਰਹੇ ਨੇ, ਚਾਹੇ ਉਹ ਵਿਜੀਲੈਂਸ ਦੇ ਵਿੱਚ ਹੋਣ ਜਾਂ ਫਿਰ ਪੰਜਾਬ ਪੁਲਿਸ ਦੇ ਵਿੱਚ ਕਿਸੇ ਵੱਡੀ ਪੋਸਟ ਦੇ ਉੱਤੇ ਤਾਇਨਾਤ ਹੋਣ। ਤਾਂ ਹੁਣ ਗੱਲ ਕਰਾਂਗੇ ਕਿ ਹਰਪ੍ਰੀਤ ਸਿੰਘ ਸਿੱਧੂ ਬਾਹਰ ਕਿਉਂ ਗਏ ਨੇ। ਆਈਟੀਬੀਪੀ ਦੇ ਏਡੀਜੀਪੀ ਤੌਰ ਦੇ ਉੱਤੇ ਭੂਮਿਕਾ ਹੁਣ ਨਿਭਾਉਣਗੇ। ਪਹਿਲਾਂ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਵੀ ਸਪੈਸ਼ਲ ਪੰਜਾਬ ਵਿੱਚੋਂ ਡਿਊਟੀ ਨਹੀਂ ਦੇ ਰਹੇ ਸੀ, ਬਾਹਰੋਂ ਸਪੈਸ਼ਲ ਸੱਦਿਆ ਗਿਆ ਸੀ, ਸਪੈਸ਼ਲ ਟਾਸਕ ਫੋਰਸ ਬਣਾਈ ਗਈ ਸੀ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਅਦਾ ਜਿਹੜਾ ਕੀਤਾ ਸੀ, ਹਾਲੇ ਤੱਕ ਰੜਕਦਾ ਪੰਜਾਬ ਦੇ ਲੋਕਾਂ ਨੂੰ, ਕਿ 4 ਹਫ਼ਤਿਆਂ ਦੇ ਵਿੱਚ ਨਸ਼ਿਆਂ ਦਾ ਲੱਕ ਤੋੜ ਦਿੱਤਾ ਜਾਵੇਗਾ। ਲੱਕ ਤਾਂ ਸ਼ਾਇਦ ਨਹੀਂ ਟੁੱਟਿਆ, ਪਰ ਸਿਆਸਤ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਤਰੀਕੇ ਦੇ ਨਾਲ ਲੱਕ ਜ਼ਰੂਰ ਟੁੱਟਿਆ ਸੀ, ਜਿਵੇਂ ਉਹਨਾਂ ਨੂੰ ਜਲਾਲਤ ਦਾ ਸਾਹਮਣਾ ਕਰਨਾ ਪਿਆ ਔਰ ਕਾਂਗਰਸ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ। ਕੈਪਟਨ ਦੇ ਕੋਲੋਂ ਕੁਰਸੀ ਮੁੱਖ ਮੰਤਰੀ ਦੀ ਖੋਹ ਲਈ ਗਈ ਸੀ ਹਾਈ ਕਮਾਂਡ ਦੇ ਵੱਲੋਂ। ਇਹ ਤਲਖੀਆਂ ਸਿਆਸਤ ਦੇ ਪਿੱਛੇ ਹੋਰ ਕੀ ਕੁਝ ਸੀ, ਇੱਕ ਵੱਖਰੀ ਗੱਲ ਹੈ। ਪਰ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਇਸ ਅਫਸਰ ਨੂੰ, ਹਰਪ੍ਰੀਤ ਸਿੰਘ ਸਿੱਧੂ ਨੂੰ, ਪੰਜਾਬ ਵਿੱਚ ਐਸਟੀਐਫ ਦੇ ਵਿੱਚ ਤਾਇਨਾਤ ਕੀਤਾ ਮੁਖੀ ਦੇ ਤੌਰ ਦੇ ਉੱਤੇ, ਤਾਂ ਕਈ ਵੱਡੀਆਂ ਪ੍ਰਾਪਤੀਆਂ ਤਾਂ ਹੋਈਆਂ। ਇੱਕ ਵਾਰੀ ਤਾਂ ਅੰਮ੍ਰਿਤਸਰ ਦੇ ਵਿੱਚ 194 ਕਿਲੋਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ ਸੀ ਹਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਦੇ ਵਿੱਚ। ਉਦੋਂ ਵੀ ਸਵਾਲ ਉੱਠੇ ਸੀ ਕਿ ਕਿਸੇ ਵੱਡੇ ਮਗਰਮੱਛ ਨੂੰ ਹੱਥ ਹੁਣ ਤੱਕ ਕਿਉਂ ਨਹੀਂ ਪਿਆ। ਨਿੱਕੀਆਂ ਨਿੱਕੀਆਂ ਮੱਛੀਆਂ ਤਾਂ ਜ਼ਰੂਰ ਫੜੀਆਂ ਗਈਆਂ, ਪਰ ਹਰਪ੍ਰੀਤ ਸਿੰਘ ਸਿੱਧੂ ਦੀ ਉਸ ਛੋਟੀ ਛੋਟੀ ਕਾਰਵਾਈ ਤੇ ਉੱਤੇ ਵੀ ਕੋਈ ਅਜਿਹਾ ਸਵਾਲ ਨਹੀਂ ਉੱਠਿਆ ਸੀ ਕਿ ਉਹਨਾਂ ਦੀ ਇਮਾਨਦਾਰੀ ਨੂੰ ਕਿਤੇ ਦਾਗ ਲੱਗਿਆ ਹੋਵੇ। ਪਰ ਸਵਾਲ ਇਹ ਹੈ ਕਿ ਜੇਕਰ ਪੰਜਾਬ ਦੇ ਕੋਲ ਇਮਾਨਦਾਰ ਅਫਸਰਾਂ ਦੀ ਘਾਟ ਹੈ ਤਾਂ ਫਿਰ ਉਹਨਾਂ ਨੂੰ ਬਾਹਰ ਕਿਉਂ ਜਾਣਾ ਪੈ ਰਿਹਾ, ਇੱਥੇ ਕੰਮ ਕਿਉਂ ਨਹੀਂ ਕਰ ਰਹੇ। ਹਾਲਾਂਕਿ ਇਸ ਤੋਂ ਪਹਿਲਾਂ ਪੰਜਾਬ ਦੇ ਡੀਜੀਪੀ ਭਗਵੰਤ ਮਾਨ ਸਰਕਾਰ ਦੇ ਵੇਲੇ ਹੀ ਤਾਇਨਾਤ ਹੋਏ ਸੀ ਵੀਕੇ ਭਾਵਰਾ। ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ, ਹੋਰ ਇਸ ਤਰ੍ਹਾਂ ਦੇ ਹੋਰ ਕਾਂਡ ਹੋਏ, ਸੰਦੀਪ ਨੰਗਲ ਅੰਬੀਆਂ ਦਾ ਵੀ ਕਤਲ ਪੰਜਾਬ ਦੇ ਵਿੱਚ ਹੁੰਦਾ, ਤੇ ਉਸ ਤੋਂ ਬਾਅਦ ਨਿੱਕੀਆਂ ਨਿੱਕੀਆਂ ਹੋਰ ਵਾਰਦਾਤਾਂ ਹੋਈਆਂ ਔਰ ਇੱਕ ਵਾਰਦਾਤ ਹੋਈ ਸੀ ਪੰਜਾਬ ਦੇ ਇੰਟੈਲੀਜੈਂਸ ਦਫ਼ਤਰ ਦੇ ਉੱਤੇ ਵੀ ਇੱਕ ਰਾਕਟ ਦਾਗਿਆ ਗਿਆ ਸੀ, ਹਮਲਾ ਹੋਇਆ ਸੀ। ਉਸ ਦੇ ਨਾਲ ਵੀ ਜਿਹੜਾ ਕੁਝ ਵੀ ਸਾਹਮਣੇ ਆਈਆਂ ਸੀ, ਇਨਪੁਟ ਆਈ ਸੀ, ਉਸ ਦੇ ਵਿੱਚ ਵੀ ਪਤਾ ਲੱਗਿਆ ਸੀ ਕਿ ਕਾਨੂੰਨ ਵਿਵਸਥਾ ਠੀਕ ਨਹੀਂ ਚੱਲ ਰਹੀ। ਤਾਂ ਵੀਕੇ ਭਾਵਰਾ ਦੀ ਕਾਰਗੁਜ਼ਾਰੀ ਤੇ ਬੇਸ਼ੱਕ ਸਵਾਲ ਉੱਠੇ ਸੀ, ਪਰ ਉਹਨਾਂ ਨੂੰ ਵੀ ਮੰਨਿਆ ਜਾਂਦਾ ਸੀ ਇਮਾਨਦਾਰ ਅਫਸਰ ਨੇ। ਉਹਨਾਂ ਨੂੰ ਵੀ ਹੁਣ ਡੀਜੀਪੀ ਦੇ ਤੌਰ ਦੇ ਉੱਤੇ ਪ੍ਰਵਾਨਗੀ ਮਿਲ ਗਈ ਹੈ, ਸੈਂਟਰ ਡੈਪੂਟੇਸ਼ਨ ਤੇ ਜਾ ਚੁੱਕੇ ਨੇ। ਉਹ ਇੱਥੋਂ ਤੱਕ ਵੀ ਪੁੱਛ ਚੁੱਕੇ ਨੇ ਪੰਜਾਬ ਸਰਕਾਰ ਨੂੰ ਕਿ ਮੇਰਾ ਕਸੂਰ ਕੀ ਹੈ। ਤਾਂ ਕਿਉਂਕਿ ਡੀਜੀਪੀ ਜਦੋਂ ਗੌਰਵ ਯਾਦਵ ਨੂੰ ਲਾਇਆ ਗਿਆ ਤਾਂ ਬੈਚ ਦੇ ਸੀਨੀਅਰਟੀ ਦੇ ਹਿਸਾਬ ਨਾਲ ਹਰਪ੍ਰੀਤ ਸਿੰਘ ਸਿੱਧੂ ਦਾ ਨਾਮ ਵੀ ਉਸ ਵਿੱਚ ਲਿਸਟ ਦੇ ਵਿੱਚ ਸ਼ਾਮਲ ਸੀ, ਪਰ ਉਹਨਾਂ ਨੂੰ ਉਹ ਜ਼ਿੰਮੇਵਾਰੀ ਨਹੀਂ ਦਿੱਤੀ ਗਈ। ਵੀਕੇ ਭਾਵਰਾ ਤੋਂ ਵੀ ਸਵਾਲ ਤਾਂ ਪੁੱਛੇ ਗਏ, ਪਰ ਵੀਕੇ ਭਾਵਰਾ ਨੇ ਖੁਦ ਉਲਟਾ ਸਰਕਾਰ ਨੂੰ ਸਵਾਲ ਕਰ ਦਿੱਤਾ ਸੀ ਕਿ ਆਖਿਰਕਾਰ, ਕਿਉਂਕਿ ਉਹਨਾਂ ਨੂੰ ਵੀ ਇੱਕ ਆਫਰ ਦਿੱਤੀ ਗਈ ਸੀ ਕਿਸੇ ਮਹਿਕਮੇ ਦੇ ਵਿੱਚ ਚੇਅਰਮੈਨੀ ਦੀ, ਵੱਡੇ ਅਹੁਦੇ ਦੀ, ਤਾਂ ਉਹਨਾਂ ਨੇ ਉਸ ਨੂੰ ਠੋਕਰ ਮਾਰ ਦਿੱਤੀ ਸੀ। ਉਹ ਜ਼ਿੰਮੇਵਾਰੀ ਨਹੀਂ ਲਈ। ਚਾਹੇ ਉਹ ਵੀਕੇ ਭਾਵਰਾ ਹੋਣ, ਹਰਪ੍ਰੀਤ ਸਿੰਘ ਸਿੱਧੂ ਹੋਣ, ਅਜਿਹੇ ਅਫਸਰਾਂ ਨੂੰ ਬਾਹਰ ਕਿਉਂ ਜਾਣਾ ਪੈ ਰਿਹਾ, ਜਿਸ ਤਰ੍ਹਾਂ ਦੇ ਹੋਰ ਕਈ ਅਫਸਰ ਨੇ ਜਿਹੜੇ ਪੰਜਾਬ ਲਈ ਕੰਮ ਕਰਨ ਦੀ ਇੱਛਾ ਰੱਖਦੇ ਹੋਣਗੇ, ਪਰ ਜਿਹੜੇ ਕੰਮ ਕਰ ਰਹੇ ਨੇ, ਕਿਉਂਕਿ ਸਮੇਂ-ਸਮੇਂ ਦੇ ਉੱਤੇ ਵੱਡੇ ਸਵਾਲ ਵੀ ਉੱਠ ਰਹੇ ਨੇ ਕਿ ਜਿਹੜੇ ਅਫਸਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹਾਂ ਦਿੰਦੇ ਨੇ ਵੱਖਰੇ ਵੱਖਰੇ ਮਹਿਕਮਿਆਂ ਦੇ ਵਿੱਚ, ਕੀ ਮੁੱਖ ਮੰਤਰੀ ਭਗਵੰਤ ਮਾਨ ਜਾਂ ਉਹਨਾਂ ਦੇ ਮੰਤਰੀ ਸਲਾਹ ਨਹੀਂ ਮੰਨਦੇ ਅਫਸਰਾਂ ਦੀ, ਜਾਂ ਫਿਰ ਖੁਦ ਅਫਸਰ ਨੇ ਜਿਹੜੇ ਕਿਤੇ ਨਾ ਕਿਤੇ ਸਰਕਾਰ ਨੂੰ ਗੁੰਮਰਾਹ ਕਰ ਰਹੇ ਨੇ, ਜਿਸ ਕਰਕੇ ਚਾਹੇ ਉਹ ਰਾਜਪਾਲ ਦੇ ਨਾਲ ਮੁੱਖ ਮੰਤਰੀ ਦੀ ਤਲਖੀ ਵੱਧ ਰਹੀ ਹੋਵੇ, ਤਕਰਾਰ ਵੱਧ ਰਿਹਾ ਹੋਵੇ, ਜਾਂ ਹੋਰ ਥਾਵਾਂ ਦੇ ਉੱਤੇ, ਕਈ ਥਾਵਾਂ ਦੇ ਉੱਤੇ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਦੇਖਣ ਨੂੰ ਆਈਆਂ ਨੇ। ਕਿਉਂਕਿ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਇੱਕ ਬੀਤੇ ਦਿਨੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਅੰਮ੍ਰਿਤਸਰ ਦੇ ਵਿੱਚ, ਉਸ ਦੇ ਵਿੱਚ ਸਾਫ਼ ਕਹਿ ਦਿੱਤਾ ਕਿ ਸਾਡਾ ਕੰਮ ਤਾਂ ਨਿਗਰਾਨੀ ਰੱਖਣਾ ਹੈ। ਉਹਨਾਂ ਨੇ ਕਈ ਲਿਫਾਫੇ ਵੀ ਦਿਖਾਏ ਜਿਸ ਦੇ ਵਿੱਚ ਮੋਬਾਈਲ ਫੋਨ ਬਰਾਮਦ ਹੋਏ। 7 ਮਹੀਨਿਆਂ ਦੇ ਵਿੱਚ ਕੀ ਕੁਝ ਬਰਾਮਦ ਕੀਤਾ ਗਿਆ ਜੇਲ੍ਹਾਂ ਦੇ ਵਿੱਚੋਂ ਜਿਹੜਾ ਗੈਰ ਕਾਨੂੰਨੀ ਤਰੀਕੇ ਨਾਲ ਚੱਲਦਾ ਸੀ, ਉਸ ਬਾਰੇ ਮੁੱਖ ਮੰਤਰੀ ਦੇ ਜਿਹੜੇ ਇੱਕ ਮੰਤਰੀ ਨੇ ਹਰਜੋਤ ਸਿੰਘ ਬੈਂਸ ਜੇਲ੍ਹ ਮੰਤਰੀ, ਉਹਨਾਂ ਨੇ ਦਾਅਵਾ ਕੀਤਾ ਕਿ 7 ਮਹੀਨਿਆਂ ਦੇ ਵਿੱਚ 3600 ਤੋਂ ਵੱਧ ਮੋਬਾਈਲ ਫੋਨ ਆ ਜਿਹੜੇ ਬਰਾਮਦ ਕੀਤੇ ਗਏ ਨੇ, ਔਰ ਸਾਡਾ ਕੰਮ ਰਾਖੀ ਕਰਨਾ ਅਸੀਂ ਕਰ ਰਹੇ ਹਾਂ।
कार्रवाई काम करना जिहड़ा वो पंजाब पुलिस दा। तो पंजाब पुलिस की पंजाब सरकार तो बाहरों चलती है कि उन्होंने कोई होर हदायत देगा? ये हरजोत सिंह बैंस ने जेल मंत्री ने बयान क्यों दिता? इस बारे समझ मोटी मोटी तो यही पैंदी है कि उन्होंने जो दावा किया कि असीं तां जो समान गैर कानूनी आ उसनूं बरामद कर रहे हैं, अगली कार्रवाई करना जिहड़ा काम है वो पंजाब पुलिस दा है, इस दे उत्ते पंजाब पुलिस नूं काम करना चाहिए। पर वड्डी गल यह है कि की अफसरां पंजाब पुलिस ते सरकार दा आपसी तालमेल नहीं है? जेकर तालमेल है तो बहुत सारिया थावां दे उत्ते जिहड़ियां वारदातां होईयां बीते समय दे विच जां हो रहीआं ने, जां जिस तरीके नाल गैर कानूनी ढंग दे नाल ਵੱਡੇ ਵੱਡੇ ਗੈਂਗਸਟਰ ਵੱਡੇ ਵੱਡੇ ਪਲਾਨ ਕਰ ਰਹੇ ਨੇ। ਦੀਪਕ ਟੀਨੂ ਫਰਾਰ ਹੁੰਦਾ 18-19 ਦਿਨਾਂ ਬਾਅਦ ਦਿੱਲੀ ਦੀ ਪੁਲਿਸ ਦੇ ਸਪੈਸ਼ਲ ਸੈੱਲ ਨੇ गिरफ्तार किया उसनूं राजस्थान के अजमेर इलाके दे विचों, पर पंजाब पुलिस के हत्थ कामयाबी नहीं लगी। इस तरीके दीयां जिहड़ियां वड्डियां कार्रवाइयां ने जिस दे उत्ते सवाल उठ रहे हैं प्रशासन के उत्ते, सरकार के उत्ते, इन्हां दा जवाब हुण की होएगा ये तो सरकार या प्रशासन ही दे सकता है। पर असीं गल कर रहे हैं 1992 पंजाब बैच के IPS अफसर हरप्रीत सिंह सिद्धू की, जिहड़े कि हुण ADGP के तौर के उत्ते ITBP दे विच सेवावां निभाउणगे, सेंटर दे विच चले गए ने। अगले 4 सालों के लिए उन्होंने ड्यूटी के उत्ते लगा दिता गया। हुण अगले 4 साल तक तो तकरीबन यही कहा जाए कि भगवंत मान सरकार का कार्यकाल भी तकरीबन पूरा हो चुका होगा, क्योंकि 7 महीने बीत चुके हैं। 4 साल हरप्रीत सिंह सिद्धू दे ओ लगाइए सेवा काल दे तो 3 महीने का समा पिछे बचेगा जो भगवंत मान सरकार का कार्यकाल पिया होगा। बाकी उदों तक हरप्रीत सिंह सिद्धू जिहड़े ईमानदार अफसरां विचों एक मन्ने जांदे ने वो हुण सेंटर दे विच ही काम करनगे। तो इस तरीके नाल एक एक करके जिहड़े ईमानदार अफसर ने पंजाब तो बाहर जा रहे हैं, इन्हां दे कारणों की घोख पड़ताल जरूर करनी बनती है। जेकर भगवंत मान सरकार ये दावा करती है कि ईमानदारी दे नाल सरकार चलाउण वालिआं दा असीं साथ देंगे, क्योंकि उन्होंने बकायदा तौर के उत्ते जिहड़े मनमोहन शर्मा ने विजिलेंस दे विच जिन्होंने एक साबका मंत्री ते भाजपा आगू साबका कांग्रेसी मंत्री जिहड़े कि सुंदर श्याम अरोड़ा नूं गिरफ्तार किया गया, रंगे हत्थी विजिलेंस के उच्च अधिकारी नूं रिश्वत देण पहुंचे सी, उस तरह के अफसरां नूं ईमानदारी नूं सलूट मारते नज़र आ रहे हैं मुख्यमंत्री भगवंत मान। जेकर अजिहे ईमानदार अफसरां ने जेकर कुछ करके दिखाया तो उन्हों की कारगुजारी नूं थापड़ा देना है, तो फिर इन्हां अफसरां नूं हल्लाशेरी दे के अगे तोरना पएगा। नहीं तो एक एक करके ईमानदार अफसर ने जिहड़े काम करना चाहते हैं वो बाहर का रस्ता जेकर लभ लैणगे, डेपूटेशन के सेंटर 'च चले जाणगे, तो फिर पंजाब विच वो अफसर किहड़े होणगे जिहड़े ईमानदारी दे नाल काम करनगे। हालांकि अजिहा नहीं कि पंजाब दे विच भी ईमानदार अफसरां की घाट है, पर सवाल ये पैदा होंदा है कि ईमानदार अफसर बाहर कूच क्यों करन, पंजाब विच वो काम क्यों ना करन। तो हुण सरकार की भी वड्डी जिम्मेवारी बनती है। पर हुण हरप्रीत सिंह सिद्धू जिन्होंने एक बार फिर उन्होंने पिछोकड़ से झात मारीए तो जो कैप्टन अमरिंदर सिंह की सरकार सी तो STF का मुखी लगाया गया सी स्पैशल टास्क फोर्स का, उस दे विच नशियां दा लक पूरी तरह पंजाब दे विच टुट्टा कि नहीं टुट्टा तुसीं सब जानते हो। जेकर टुट्टिया हुंदा लक तो फिर ये हालात नहीं होने सी जिहड़े हाले भी भगवंत मान सरकार वेले भी लगातार नशियां दा उस तरह बोलबाला चल रहा है। 2 भरावां दी और इक्को ही पिंड दे विचों जिहड़े झूलदे ने तस्वीरां आउंदियां ने नशे दे नाल, वो लोग जिहड़े पीड़ित ने कुड़ियां मुंडे उन्हां दा राखा कौन बनेगा, उन्होंने नशियां की दलदल विचों कौन कढेगा। हालांकि भगवंत मान सरकार वेले भी कोई ठल पैंदी नज़र नहीं आ रही। इत्थे भगवंत मान सरकार ते उन्हां दे मंत्रियों की दलील यह हुंदी है कि पिछलियां सरकारां ने इन्ना ज़्यादा गंद पाया कि सफाई करने लई समा लगेगा, टाइम लगेगा, इस नूं लैके असीं लगे हुए हैं। एक पासे भगवंत मान सरकार का यह दावा है, पर जेकर गल करिए हरप्रीत सिंह सिद्धू के कार्यकाल की कि STF दे विच पंजाब दे विच जदों उन्होंने काम किया तो एक बार विरोध भी बहुत होया सी, तो उस तो बाद उन्होंने STF के मुखी के तौर के उत्ते हटा भी दिता गया सी। उस तो बाद मुहम्मद मुस्तफा जिसके कैप्टन अमरिंदर सिंह की सरकार वेले उन्होंने भी लाया गया STF का मुखी, पर वो भी नाराज़ हो गए सी। DGP उन्होंने नहीं बनाया गया सी जदों पंजाब दे विच, तां कैप्टन अमरिंदर सिंह के खिलाफ उन्होंने भी बड़ियां टिप्पणियां कीतियां। ट्वीटो ट्वीट हो गया सी काम, जो ट्वीट दे विच मेहणो मेहणी हो गई सी कैप्टन अमरिंदर सिंह। निजी टिप्पणियां भी कीतियां गईयां कि कौन किस दे नाल रहिंदा रहा और कौन की करदा रहा और सरकार दे विच किसने की काम कीता। इत्थों तक एक दूजे नूं कह दिता गया सी कि मैं सब जानदा, जेकर बोलन लग गया तो होर बहुत कुछ सामने लैके आवांगा। मुहम्मद मुस्तफा वालों भी ट्वीट किए गए, पर वो नाराज़ होए तो उन्होंने भी इस्तीफा दे दिता सी। तो उस तो बाद गुरप्रीत दिओ जिहड़े सीनियर अफसर ने उन्होंने फिर STF का मुखी लगाया गया। तो उस तो बाद फिर मंग उठी कांग्रेस के अंदर ही, कांग्रेस के कुछ लीडर चाहते सी कि हरप्रीत सिंह सिद्धू ईमानदार अफसर ने, उन्होंने मुड़ STF का मुखी लगाया जाए। फिर उन्होंने ये जिम्मेवारी दी गई सी, तो इस तरह उन्होंने कार्यकाल पंजाब के अंदर STF के तौर पर रहा। ये नहीं कि भगवंत मान सरकार दे विच भी उन्होंने कोई वड्डी जिम्मेवारी नहीं दी गई।
STF ਦੇ ਮੁਖੀ ਦੇ ਤੌਰ ਦੇ ਉੱਤੇ ਤਾਂ ਕੰਮ ਕਰਦੇ ਰਹੇ ਜਿੰਨਾ ਸਮਾਂ ਉਹਨਾਂ ਨੇ ਕੰਮ ਕੀਤਾ, ਪਰ ਨਾਲ ਹੀ ਉਹਨਾਂ ਨੂੰ ਜੇਲ੍ਹਾਂ ਦਾ ਵੀ ਵਾਧੂ ਚਾਰਜ ਦੇ ਦਿੱਤਾ ਸੀ। ਭਗਵੰਤ ਮਾਨ ਸਰਕਾਰ ਵੇਲੇ ਹਰਪ੍ਰੀਤ ਸਿੰਘ ਸਿੱਧੂ ਨੂੰ ਜੇਲ੍ਹਾਂ ਦਾ ਵੀ ਵਾਧੂ ਚਾਰਜ ਦਿੱਤਾ ਗਿਆ ਸੀ ਔਰ ਇਸ ਨੂੰ ਲੈ ਕੇ ਉਸ ਤੋਂ ਬਾਅਦ ਡੈਪੂਟੇਸ਼ਨ ਦੇ ਉੱਤੇ ਚਲੇ ਜਾਂਦੇ ਨੇ ਹਰਪ੍ਰੀਤ ਸਿੰਘ ਸਿੱਧੂ, ਕਿਉਂਕਿ DGP ਦੀ ਦੌੜ ਦੇ ਵਿੱਚ ਜਾਂ ਉਸ ਲਿਸਟ ਦੇ ਵਿੱਚ ਸ਼ਾਮਲ ਸੀ ਪਰ ਉਹਨਾਂ ਨੂੰ ਨਹੀਂ ਲਗਾਇਆ ਗਿਆ। ਉਸ ਦੇ ਵੱਖਰੇ ਕਾਰਨ ਹੋ ਸਕਦੇ ਨੇ, ਪਰ ਸੀਨੀਅਰਟੀ ਬੇਸ ਦੇ ਉੱਤੇ ਉਹਨਾਂ ਨੂੰ ਵੀ ਗਿਣਿਆ ਜਾ ਰਿਹਾ ਸੀ। ਪਰ ਹੁਣ ਹਰਪ੍ਰੀਤ ਸਿੰਘ ਸਿੱਧੂ ਆਖੀਰ ਤੌਰ ਦੇ ਉੱਤੇ ਜਿਹੜੀ ਇਮਾਨਦਾਰੀ ਦੀ ਮਿਸਾਲ ਇੱਥੇ ਪੈਦਾ ਕਰਦੇ ਸੀ, ਉਹ ਹੁਣ ਉੱਥੇ ਵੀ ਕਰਨਗੇ ਜਾਂ ਨਹੀਂ ਕਰਨਗੇ ਇੱਕ ਵੱਖਰਾ ਸਵਾਲ ਹੈ। ਪਰ ਜੋ ITBP ਦੇ ਵਿੱਚ ADGP ਦੇ ਤੌਰ ਦੇ ਉੱਤੇ ਅਗਲੇ 4 ਸਾਲਾਂ ਲਈ ਉਹਨਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਸੇਵਾਵਾਂ ਦੇ ਲਈ ਸੈਂਟਰ ਸਰਕਾਰ ਦੇ ਵੱਲੋਂ, ਉਸ ਨੂੰ ਹੁਣ ਮਨਜ਼ੂਰੀ ਮਿਲ ਗਈ ਹੈ ਤੇ ਹੁਣ ਅਗਲੇ 4 ਸਾਲਾਂ ਲਈ ਉਹ ਸੇਵਾਵਾਂ ਪੰਜਾਬ ਤੋਂ ਬਾਹਰ ਨਿਭਾਉਣਗੇ। ਤਾਂ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਹੜਾ ਅਫਸਰ ਪੰਜਾਬ ਤੋਂ ਬਾਹਰ ਦਾ ਰੁਖ ਕਰਦਾ ਆਪਣੀ ਮਰਜ਼ੀ ਨਾਲ ਜਾਂ ਉਸ ਨੂੰ ਮਜਬੂਰ ਕਰਕੇ ਬਾਹਰ ਤੋਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਹੁੰਦਾ ਰਿਹਾ ਪੁਰਾਣੀਆਂ ਸਰਕਾਰਾਂ ਵੇਲੇ ਵੀ, ਪਰ ਇਸ ਵਾਰੀ ਸਰਕਾਰ ਦੇ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਉੱਠਣ ਲੱਗੇ ਨੇ ਕਿ ਜੇਕਰ ਮਾਹੌਲ ਸ਼ਾਂਤਮਈ ਪੰਜਾਬ ਦਾ ਬਣਾਉਣਾ ਹੈ ਤਾਂ ਫਿਰ ਅਫਸਰਾਂ ਨੂੰ ਜਿਹੜੇ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਵੀ ਖੁੱਲ੍ਹ ਦੇਣ ਦੀ ਲੋੜ ਹੈ। ਮੁੱਖ ਮੰਤਰੀ ਖੁਦ ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਜਿਹੜੇ ਵੀ ਇਮਾਨਦਾਰੀ ਨਾਲ ਕੰਮ ਕਰਨਗੇ ਅਸੀਂ ਉਹਨਾਂ ਦੇ ਨਾਲ ਖੜੇ ਹਾਂ, ਪਰ ਜਿਹੜੇ ਕਿਤੇ ਨਾ ਕਿਤੇ ਕਰਪਟ ਪਾਏ ਗਏ ਤੇ ਉਹਨਾਂ ਦੇ ਉੱਤੇ ਵੀ ਕਾਰਵਾਈ ਕੀਤੀ ਜਾਵੇਗੀ। ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਕਿ ਕੌਣ ਕੀ ਕਰਦਾ, ਕੌਣ ਇਮਾਨਦਾਰੀ ਦੀ ਉਹ ਮਿਸਾਲਾਂ ਪੇਸ਼ ਕਰਦਾ ਤੇ ਕੌਣ ਭ੍ਰਿਸ਼ਟਾਚਾਰ ਕਰਕੇ ਚੰਨ ਚਾੜਦਾ, ਔਰ ਜਿਹੜਾ ਚੰਨ ਚਾੜੇਗਾ ਉਸ ਦੇ ਉੱਤੇ ਕੀ ਕਾਰਵਾਈ ਹੁੰਦੀ ਹੈ। ਇਹ ਸਾਰਾ ਕੁਝ ਸਰਕਾਰ ਦੀ ਨਿਗਰਾਨੀ ਦੇ ਵਿੱਚ ਹੈ ਔਰ ਸਰਕਾਰ ਦੇ ਉੱਤੇ ਨਿਰਭਰ ਕਰਦਾ ਕਿ ਉਸ ਦੇ ਉੱਤੇ ਕੀ ਕਾਰਵਾਈ ਸਮੇਂ ਸਿਰ ਕੀਤੀ ਜਾਂਦੀ ਹੈ। ਫਿਲਹਾਲ ਇਸ ਰਿਪੋਰਟ ਵਿੱਚ ਇੰਨਾ ਹੀ। ਮੈਨੂੰ ਦਿਓ ਆਗਿਆ। ਧੰਨਵਾਦ।